दौड़ेगा भागेगा बाबा ऑल सीजन्स के लिए कुछ भी करेगा। आई एम अ मैन ऑफ ऑल सीजन। ਮਾਨ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਹੋਣ ਜਾ ਰਿਹਾ ਔਰ ਪਹਿਲਾ ਸੈਸ਼ਨ ਪੇਪਰਲੈਸ ਹੋਵੇਗਾ। ਇਸ ਉੱਤੇ ਗੱਲਬਾਤ ਦੇ ਲਈ ਸਾਡੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਣੀ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਸਪੀਕਰ ਸਾਹਿਬ, ਪਹਿਲਾਂ ਤਾਂ ਸਵਾਗਤ ਹੈ ਪ੍ਰੋ ਪੰਜਾਬ ਦੀ। ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ ਬਜਟ ਸੈਸ਼ਨ ਜਿਹੜਾ ਇਸ ਵਾਰ ਆ ਰਿਹਾ ਹੈ ਔਰ ਪੇਪਰਲੈਸ ਕੀਤਾ ਜਾ ਰਿਹਾ ਹੈ, ਇੱਕ ਨਵੀਂ ਤਕਨੀਕ, ਨਵਾਂ ਉਪਰਾਲਾ ਸਰਕਾਰ ਦੇ ਵੱਲੋਂ, ਜਿੱਥੇ ਲੱਖਾਂ ਦੇ ਵਿੱਚ ਕਾਗਜ਼ ਦੀ ਬਰਬਾਦੀ ਹੋ ਜਾਂਦੀ ਸੀ, ਕਾਗਜ਼ ਦਰਖਤਾਂ ਦੀ ਆਪਾਂ ਗੱਲ ਕਰ ਦਈਏ, ਪੈਸਿਆਂ ਦੀ ਬਰਬਾਦੀ ਹੋ ਜਾਂਦੀ ਸੀ, ਉਸੇ ਦੇ ਉੱਤੇ ਇਹ ਪਹਿਲ ਕਦਮੀ ਚੱਕੀ ਗਈ ਹੈ ਔਰ ਪੇਪਰਲੈਸ ਕੀਤਾ ਜਾ ਰਿਹਾ ਹੈ। ਕੀ ਫਾਰਮੈਟ ਰਹੂਗਾ, ਕਿਸ ਤਰੀਕੇ ਦੇ ਨਾਲ ਵਿਧਾਇਕਾਂ ਨੂੰ ਉਹਨਾਂ ਦੇ ਟੇਬਲਾਂ ਦੇ ਉੱਤੇ ਬਜਟ ਦੀਆਂ ਕਾਪੀਆਂ ਜਾਂ ਬਜਟ ਜਿਹੜਾ ਹੈ ਉਹ ਪੇਪਰਲੈਸ ਤਰੀਕੇ ਨਾਲ ਪ੍ਰੋਵਾਈਡ ਕਰਾਇਆ ਜਾਊਗਾ? ਬਿਲਕੁਲ ਜੀ, ਇਹ ਬੜੀ ਅੱਛੀ ਸਵਾਗਤਯੋਗ ਪਹਿਲ ਹੈ, ਸਵਾਗਤਯੋਗ ਕਦਮ ਹੈ ਇਹ ਕਿ ਜਿਹੜਾ ਇਸ ਵਾਰ ਦਾ ਬਜਟ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਉਹ ਆਧੁਨਿਕ ਤਰੀਕੇ ਦੇ ਨਾਲ ਪੇਪਰਲੈਸ ਕੀਤਾ ਜਾਏਗਾ ਔਰ ਇਹਦੇ ਨਾਲ ਵਾਤਾਵਰਣ ਨੂੰ ਤਾਂ ਬਚਤ ਹੁੰਦੀ ਹੈ। ਚੰਗਾ ਫੈਸਲਾ ਹੈ ਔਰ ਇਹਨੂੰ ਅੱਗੇ ਵੀ ਕੰਟੀਨਿਊ ਕਰਾਂਗੇ। ਸਾਰੀ ਵਿਧਾਨ ਸਭਾ ਨੂੰ ਹੀ ਪੇਪਰਲੈਸ ਕੀਤਾ ਜਾਏਗਾ ਅਗਲੇ ਜਿਹੜੇ ਕੁਝ ਸਮੇਂ ਦੇ ਵਿੱਚ। ਸੋ ਇਹਦੇ ਨਾਲ ਇੱਕ ਬੜਾ ਵਧੀਆ ਮੈਸੇਜ ਵੀ ਜਾਂਦਾ। ਅਸੀਂ ਤਾਂ ਵਾਤਾਵਰਨ ਨੂੰ ਬਚਾਉਣਾ ਹੈ ਨਾ, ਅਸੀਂ ਤਾਂ ਉਸ ਸੁਨੇਹੇ ਤੇ ਪਹਿਰਾ ਦੇਣਾ ਨਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਸੋ ਕੁਦਰਤ ਨੂੰ, ਸਾਡੇ ਵਾਤਾਵਰਨ ਨੂੰ ਬਚਾਉਣਾ, ਦਰਖਤਾਂ ਨੂੰ ਬਚਾਉਣਾ। ਸੋ ਇਹਦੇ ਵੱਲ ਇੱਕ ਵਧੀਆ, ਇੱਕ ਸਵਾਗਤਯੋਗ ਫੈਸਲਾ ਹੈ। ਕਿਵੇਂ ਪ੍ਰੋਸੈਸ ਕਿਵੇਂ ਰਹੂਗਾ? ਕਿਉਂਕਿ ਬਾਕੀਆਂ ਸਟੇਟਸ ਦੀ ਜੇਕਰ ਗੱਲ ਕਰਦੇ ਹਾਂ ਤਾਂ ਟੇਬਲਸ ਦੇ ਉੱਤੇ ਟੈਬਲੇਟ ਪਈਆਂ ਹੁੰਦੀਆਂ ਜਾਂ ਇੰਟੀਗ੍ਰੇਟਿਡ ਸਿਸਟਮ ਲਗਾ ਦਿੱਤੇ ਜਾਂਦੇ ਨੇ, ਅੱਗੇ ਡਿਸਪਲੇ ਹੁੰਦੀ ਹੈ, ਤਾਂ ਉਵੇਂ ਦਾ ਕੁਝ ਫਾਰਮੈਟ ਲੈ ਕੇ ਆਇਆ ਜਾ ਰਿਹਾ? ਦੇਖੋ, ਜਿਹੜੀ ਟੈਬਲੇਟ ਵਗੈਰਾ ਦਾ ਜਿਹੜਾ ਸਿਸਟਮ ਹੈ ਆਉਂਦੇ 6 ਮਹੀਨਿਆਂ ਦੇ ਵਿੱਚ ਉਹ ਇਨ ਪਲੇਸ ਹੋ ਜਾਏਗਾ ਔਰ ਬੜਾ ਵਧੀਆ ਸਟੇਟ ਆਫ ਦਾ ਆਰਟ ਜਿਹੜਾ ਇਕਵਿਪਮੈਂਟ ਲੱਗੇਗਾ। ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਵਿਧਾਇਕ ਸਾਹਿਬਾਨ ਨੂੰ। ਇਸ ਵਾਰ ਜਿਹੜੀ ਬਜਟ ਹੈ ਉਹ ਪੇਪਰਲੈਸ ਹੋਏਗਾ। ਵਿਧਾਇਕ ਸਾਹਿਬਾਨ, ਤੁਸੀਂ ਕਹਿ ਰਹੇ ਹੋ ਟ੍ਰੇਨਿੰਗ ਦਿੱਤੀ ਜਾਊਗੀ, ਟ੍ਰੇਨਿੰਗ ਨੂੰ ਲੈ ਕੇ ਤੁਹਾਡੇ ਵੱਲੋਂ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਸੀ, ਤਾਂ ਤਰੀਕ ਮੁਕੰਮਲ ਹੋ ਗਈ ਹੈ? ਕਿਹੜੀ ਤਰੀਕ ਨੂੰ ਟ੍ਰੇਨਿੰਗ ਵਿਧਾਇਕਾਂ ਨੂੰ ਇਸ ਵਾਰ ਦਿੱਤੀ ਜਾ ਰਹੀ ਹੈ? ਇਸ ਮਹੀਨੇ ਦੀ 31 ਤਰੀਕ, 1 ਤੇ 2 ਤਰੀਕ, 3 ਦਿਨ ਦਾ ਇਹ ਸੈਸ਼ਨ ਹੋਏਗਾ ਔਰ ਬੜਾ ਇਲੈਬੋਰੇਟ ਕਰਕੇ ਸਾਡੇ ਲੋਕ ਸਭਾ ਤੋਂ ਜਿਹੜੇ ਸਪੈਸ਼ਲਿਸਟ, ਲੋਕ ਸਭਾ ਤੋਂ ਮਾਣਯੋਗ ਮੈਂਬਰ ਸਾਹਿਬਾਨ ਔਰ ਅਫਸਰ ਸਾਹਿਬਾਨ ਜਿਹੜੇ ਇੱਥੇ ਬੁਲਾਏ ਗਏ ਆ ਔਰ ਉਹ ਆਪਦੇ ਤਜਰਬੇ ਦੇ ਨਾਲ ਸਾਰਾ ਜਿਹੜਾ ਵਿਧੀ ਵਿਧਾਨ ਹੈ, ਜਿਸ ਨਾਲ ਇੱਕ ਵਿਧਾਇਕ, ਮਾਣਯੋਗ ਵਿਧਾਇਕ ਆਪਦੀ ਜਿਹੜੇ ਫਰਜ਼ ਹੈ ਉਹਨੂੰ ਚੰਗੀ ਤਰ੍ਹਾਂ ਨਿਭਾ ਸਕੇ, ਉਹ ਇੱਥੇ ਟ੍ਰੇਨਿੰਗ ਦਿੱਤੀ ਜਾਏਗੀ। ਟ੍ਰੇਨਿੰਗ ਜਿਹੜੀ ਆ ਉਹ ਕੀ ਸਾਬਕਾ ਵਿਧਾਇਕਾਂ ਤੋਂ ਜਾਂ ਮੰਤਰੀਆਂ ਤੋਂ ਜਾਂ ਸੰਸਥਾ ਤੋਂ ਵੀ ਦਵਾਈ ਜਾਵੇਗੀ? ਉਹਨਾਂ ਨੂੰ ਵੀ ਕਿਹਾ ਕਿ ਆਓ ਤੁਸੀਂ ਵੀ ਆ ਕੇ ਆਪਣਾ ਯੋਗਦਾਨ ਪਾਓ? ਇਹਦੇ ਬਾਰੇ ਕੁਝ ਪਰਸਨੈਲਿਟੀਜ਼ ਸ਼ਾਰਟਲਿਸਟ ਕੀਤੀਆਂ ਔਰ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ। ਖਾਸ ਪਰਸਨੈਲਿਟੀ ਜਿਸ ਦਾ ਉਹ ਤੁਸੀਂ ਸੇਵਾਵਾਂ ਲੈਣਾ ਚਾਹੁੰਦੇ ਹੋ, ਜਿਨ੍ਹਾਂ ਦੇ ਤੁਹਾਨੂੰ ਲੱਗਦਾ ਹੋਵੇ ਕਿ ਹਾਂ ਇਹਨਾਂ ਦੀ ਪਿਛਲੇ ਆਪਣੇ ਟਾਈਮ ਦੇ ਵਿੱਚ, ਆਪਣੇ ਟੈਨਿਓਰ ਦੇ ਦੌਰਾਨ ਜਿਹੜੀ ਆ ਉਹ ਵਿਧਾਨ ਸਭਾ ਦੇ ਵਿੱਚ ਕਾਰਵਾਈ ਚੰਗੀ ਰਹੀ ਹੋਵੇ ਔਰ ਉਹ ਗੁਣ ਜਿਹੜੇ ਨੇ ਉਹ ਵਿਧਾਇਕਾਂ ਤੱਕ ਪਹੁੰਚਾਏ ਜਾਣ? ਬਸ ਜਦੋਂ ਉਹਨਾਂ ਦੀ ਕਨਫਰਮੇਸ਼ਨ ਆ ਜਾਂਦੀ ਫਿਰ ਮੈਂ ਤੁਹਾਨੂੰ ਦੱਸ ਦਿਆਂਗਾ। ਇਸ ਦੇ ਨਾਲ ਸੰਧਵਾ ਸਾਹਿਬ, ਜਿਸ ਤਰੀਕੇ ਨਾਲ ਕੱਲ ਇੱਕ ਵੱਡਾ ਕਦਮ ਆਮ ਆਦਮੀ ਪਾਰਟੀ ਦੇ ਵੱਲੋਂ ਚੁੱਕਿਆ ਗਿਆ ਕਰਪਸ਼ਨ ਦੇ ਖਿਲਾਫ, ਵਿਜੇ ਸਿੰਗਲਾ ਨੂੰ ਜੋ ਹੈ ਉਹ ਕੈਬਨਿਟ ਦੇ ਵਿੱਚੋਂ ਬਾਹਰ ਕੱਢਿਆ ਗਿਆ, ਉਸ ਤੋਂ ਬਾਅਦ FIR ਦਰਜ ਹੁੰਦੀ ਹੈ ਔਰ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਜਾਂਦਾ ਹੈ। ਕਿਵੇਂ ਵੇਖਦੇ ਹੋ ਪਹਿਲਾਂ ਤਾਂ ਇਸ ਫੈਸਲੇ? ਦੇਖੋ, ਇਹ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ ਮਾਣਯੋਗ ਮੁੱਖ ਮੰਤਰੀ ਹੈ ਦਿੱਲੀ ਦੇ ਔਰ ਕੌਮੀ ਸੰਯੋਜਕ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਦਾ ਅਹਿਦ ਹੈ, ਉਹਨਾਂ ਦੀ ਕਮਿਟਮੈਂਟ ਹੈ। ਉਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਲਾਸਾਨੀ ਜਿਹੜੇ ਕੰਮ ਕੀਤੇ ਦਿੱਲੀ ਦੇ ਵਿੱਚ, ਇਸੇ ਕਰਕੇ ਸਾਰੇ ਦੇਸ਼ ਦੇ ਵਿੱਚ ਉਹਨਾਂ ਦੀ ਚਰਚਾ। ਲੇਕਿਨ ਇੱਥੇ ਕਰਕੇ ਦਿਖਾਤਾ, ਪੰਜਾਬ ਦੇ ਵਿੱਚ ਉਹਨੂੰ ਦੁਹਰਾ ਕੇ ਦਿਖਾਤਾ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ। ਭਾਵੇਂ ਕਿ ਮੇਰਾ ਅਧਿਕਾਰ ਖੇਤਰ ਨਹੀਂ ਹੈ ਬਤੌਰ ਸਪੀਕਰ, ਲੇਕਿਨ ਜਿਹੜਾ ਚੰਗਾ ਕੰਮ ਹੋਇਆ ਉਹਨੂੰ ਚੰਗਾ ਕਹੇ ਬਿਨਾਂ ਰਿਹਾ ਨਹੀਂ ਜਾਂਦਾ। ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਡੈਮੋਕ੍ਰੇਸੀ ਦੇ ਵਿੱਚ, ਇਮਾਨਦਾਰੀ ਦੇ ਵਿੱਚ ਵਿਸ਼ਵਾਸ ਹੋਰ ਪੱਕਾ ਹੋਇਆ ਔਰ ਬੜਾ ਵੱਡਾ ਜਿਗਰਾ ਚਾਹੀਦਾ ਕਿਸੇ ਆਪਣੇ ਤੇ ਇਸ ਤਰ੍ਹਾਂ ਦੀ ਸਖਤ ਕਾਰਵਾਈ ਕਰਨੀ। ਹੁਣ ਤੱਕ ਤਾਂ ਰਾਜਨੀਤਿਕ ਲੋਕ ਵਿਰੋਧੀਆਂ ਤੇ ਹੀ ਸਿਰਫ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਸੀ ਜਾਂ ਮੰਗ ਕਰਦੇ ਸੀ, ਤੇ ਜਦੋਂ ਆਪ ਸਰਕਾਰ ਚਾੜਦੇ ਫਿਰ ਕਰਦੇ ਕੁਝ ਨਹੀਂ ਸੀ, ਵਿਰੋਧੀਆਂ ਤੇ ਵੀ ਨਹੀਂ ਕਰਦੇ ਸੀ ਕੁਝ। ਤੇ ਇੱਥੇ ਖੁਦ ਸਰਕਾਰ ਹੁੰਦਿਆਂ ਹੋਇਆ ਆਪਣੇ ਸਭ ਤੋਂ ਨੇੜਲੇ, ਸਭ ਤੋਂ ਚਹੇਤੇ ਮੰਤਰੀ ਦੇ ਉੱਪਰ ਕਾਰਵਾਈ ਕਰਨੀ
ਔਰ ਇੰਨੀ ਸਖਤ ਕਾਰਵਾਈ ਕਰਨੀ, ਇਹਦੇ ਲਈ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਦਾ ਮੈਂ ਤਾਂ ਕਹਿੰਦਾ ਵੀ ਸਾਰਾ ਪੰਜਾਬ ਹੀ ਸ਼ੁਕਰਗੁਜ਼ਾਰ ਹੈ। ਮੈਂ ਤਾਂ ਸ਼ੁਕਰਗੁਜ਼ਾਰ ਹੈ ਹੀ। ਔਰ ਜਿਹੜੇ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ, ਜਿਹੜੀ ਚੀਜ਼, ਕਿਉਂਕਿ ਵਿਜੇ ਸਿੰਗਲਾ ਇੱਕ ਐਮਐਲਏ ਨੇ, ਮੈਂਬਰਸ਼ਿਪ ਹੈ ਉਹਨਾਂ ਕੋਲ ਵਿਧਾਨ ਸਭਾ ਦੀ, ਔਰ ਮੰਤਰੀ ਵੀ ਨੇ, ਮੰਤਰੀ ਤੋਂ ਡ੍ਰੌਪ ਕਰ ਦਿੱਤਾ, ਐਮਐਲਏਸ਼ਿਪ ਜਿਹੜੀ ਹੈ, ਮੈਂਬਰਸ਼ਿਪ ਹੈ, ਕੀ ਬਰਕਰਾਰ ਰਹੂਗੀ ਜਾਂ ਫਿਰ ਉਹ ਵੀ ਰੱਦ ਹੋ ਸਕਦੀ? ਨਹੀਂ, ਉਹ ਤੇ ਹਲੇ ਇਹ ਤਾਂ ਪ੍ਰੀਲਿਮਿਨਰੀ ਜਿਹੜਾ ਲੈਵਲ ਇਨਕੁਆਇਰੀ ਦਾ, ਹਜੇ ਤਾਂ ਕੇਸ ਹੋਏਗਾ, ਚਲਾਨ ਹੋਏਗਾ, ਜੱਜਮੈਂਟ ਆਏਗੀ। ਉਹ ਤਾਂ ਜੱਜਮੈਂਟ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਆਪਾਂ ਗੱਲ ਕਰ ਸਕਦੇ ਹਾਂ। ਮੰਗ ਉੱਠ ਰਹੀ ਹੈ ਨਾ ਕਿ ਪਾਰਟੀ ਦੇ ਵਿੱਚੋਂ ਵੀ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ, ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ। ਜੇ ਕੈਬਨਿਟ ਤੋਂ ਡ੍ਰੌਪ ਕਰਤਾ ਤਾਂ ਪਾਰਟੀ ਦੇ ਵਿੱਚੋਂ ਵੀ, ਕਹਿੰਦੇ ਬਹੁਤ ਸਾਰੇ ਵਿਧਾਇਕ ਕਹਿ ਰਹੇ ਨੇ, ਮੁੱਖ ਬੁਲਾਰੇ ਕਹਿ ਰਹੇ ਨੇ ਕਿ ਪਾਰਟੀ ਦੇ ਵਿੱਚੋਂ ਵੀ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ। ਦੇਖੋ ਜੀ, ਇਹ ਕੀਤਾ ਜਾ ਸਕਦਾ, ਉਹਨਾਂ ਨੂੰ ਪਾਰਟੀ ਦੇ ਵਿੱਚੋਂ ਤਾਂ ਉਹ ਕੱਢ ਸਕਦੇ ਆ, ਕੋਈ ਵੀ ਪਾਰਟੀ ਕੱਢ ਸਕਦੀ, ਲੇਕਿਨ ਉਹਨਾਂ ਦੀ ਮੈਂਬਰਸ਼ਿਪ ਬਣੀ ਰਹੇਗੀ ਜਿੰਨੀ ਦੇਰ ਤੱਕ ਉਹਨਾਂ ਦੇ ਇਸ ਕੇਸ ਦਾ ਕੋਈ ਫੈਸਲਾ ਨਹੀਂ ਆਉਂਦਾ। ਔਰ ਇਸ ਦੇ ਨਾਲ ਡਾਕਟਰ ਬਲਬੀਰ ਸਿੰਘ ਉਹਨਾਂ ਨੂੰ ਜਿਸ ਤਰੀਕੇ ਨਾਲ ਰੋਪੜ ਦੀ ਕੋਰਟ ਨੇ 3 ਸਾਲ ਦੀ ਸਜ਼ਾ ਸੁਣਾਈ ਹੈ, ਤਾਂ ਉਹਨਾਂ ਦਾ ਵੀ ਕੀ ਇਸ ਦੇ ਵਿੱਚ, ਕਿਉਂਕਿ 2 ਸਾਲ ਤੋਂ ਵੱਧ ਜੇ ਸਜ਼ਾ ਹੋ ਜਾਂਦੀ ਹੈ ਤਾਂ ਮੈਂਬਰਸ਼ਿਪ ਰੱਦ ਹੁੰਦੀ ਹੈ, ਤਾਂ ਉਸ ਦੇ ਵਿੱਚ ਕੀ ਇਸ ਦੇ ਵਿੱਚ ਤੁਸੀਂ ਜਾਣਕਾਰੀ ਹਾਸਲ ਕੀਤੀ, ਔਰ ਇਹਦੇ ਵਿੱਚ ਹੁਣ ਕੀ ਅੱਗੇ ਦਾ ਸਟੈਪ ਰਹੇਗਾ? ਇਹਦੇ ਬਾਰੇ ਮੁੱਢਲੇ ਤੌਰ ਤੇ ਤਾਂ ਇਹੀ ਕਿਹਾ ਜਾਂਦਾ ਹੈ ਕਿ ਉਹਨਾਂ ਕੋਲ 30 ਦਿਨ ਦਾ ਸਮਾਂ ਹੁੰਦਾ ਕਿ ਉਹ ਆਪਦੀ ਅੱਗੇ ਅਪੀਲ ਪਾ ਸਕਣ। ਬਾਕੀ ਮੈਂ ਇਹਦੇ ਲਈ ਸਾਡੇ ਜਿਹੜੀ ਲੀਗਲ ਟੀਮ ਉਹ ਲਾਈ ਹੋਈ ਹੈ, ਉਹ ਸਾਰੀ ਮੇਰੇ ਤੇ ਵੀ ਕੀ ਅਸੀਂ ਕਰ ਸਕਦੇ ਹਾਂ, ਉਹਦੇ 'ਚ ਕੀ ਕਰਨਾ ਬਣਦਾ, ਕੀ ਹੋਏਗਾ, ਉਹਦੀ ਸਾਰੀ ਰਿਪੋਰਟ ਮੈਨੂੰ ਹਜੇ ਉਹ ਦੇਣਗੇ। ਚੰਨਾ ਸਾਹਿਬ, ਕੀ ਲੱਗਦਾ ਹੈ ਜਿਹੜਾ ਇਹ ਸਟੈਪ ਲਿੱਤਾ ਗਿਆ, ਇਸ ਦੇ ਨਾਲ ਨਾਲ ਹੁਣ ਜਿਹੜੇ ਹੋਰ ਲੋਕ ਵੀ ਹੈਗੇ ਨੇ, ਫਿਰ ਉਹ ਭਾਵੇਂ ਵਿਰੋਧੀ ਧਿਰ ਦੇ ਵਿੱਚੋਂ ਹੋਣ ਜਾਂ ਫਿਰ ਤੁਹਾਡੀ ਪਾਰਟੀ ਦੀ, ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਲੱਗਦਾ ਸੁਨੇਹਾ ਸਭ ਨੂੰ ਗਿਆ ਹੈ ਕਿ ਮੰਤਰੀ ਹੋਣ, ਅਫਸਰ ਹੋਣ, ਐਮਐਲਏ ਹੋਣ, ਬਖਸ਼ਿਆ ਕੋਈ ਨਹੀਂ ਜਾਊਗਾ? ਮੈਨੂੰ ਐ ਲੱਗਦਾ ਵੀ ਇਹ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਇਸ ਤਰ੍ਹਾਂ ਦੀ ਆਸ ਸੀ। ਸੋ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ, ਜਿਹੜੇ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ, ਉਹ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਖਰੇ ਉਤਰ ਰਹੇ ਆ। ਸੋ ਇਹ ਆਸ ਤਾਂ ਸੀਗੀ ਨਾ, ਤੋਂ ਸਾਰਿਆਂ ਤੇ ਇਹਦਾ ਅਸਰ ਹੋਏਗਾ। ਤੁਹਾਡੀ ਵਿਧਾਨ ਸਭਾ ਦਾ ਵੀ ਮਾਮਲਾ ਸੀ, ਜੋ ਭਰਤੀਆਂ ਵਿਧਾਨ ਸਭਾ ਦੇ ਵਿੱਚ ਹੋਈਆਂ ਸੀ, ਉਸ ਦੀ ਤੁਸੀਂ ਇਨਕੁਆਇਰੀ ਵੀ ਕੀਤੀ ਹੈ, ਤਾਂ ਉਸ ਦੇ ਵਿੱਚ ਵੀ ਕਾਰਵਾਈ ਹੁੰਦੀ ਹੋਈ ਨਜ਼ਰ ਆਊਗੀ? ਬਿਲਕੁਲ, ਉਹਦੇ ਵਿੱਚ ਵੀ ਕਾਰਵਾਈ ਹੋਏਗੀ ਔਰ ਵਿਧੀਵਤ ਤਰੀਕੇ ਦੇ ਨਾਲ ਹੋਏਗੀ। ਉਹਦੇ ਲਈ ਮੈਂ ਇੱਕ ਪ੍ਰੀਲਿਮਿਨਰੀ ਇਨਕੁਆਇਰੀ ਕਮੇਟੀ ਬਣਾਉਣ ਜਾ ਰਿਹਾ ਥੋੜੇ ਦਿਨਾਂ ਦੇ ਵਿੱਚ। ਆਖਿਰ ਦੇ ਵਿੱਚ ਮਾਂ ਬੋਲੀ ਨੂੰ ਲੈ ਕੇ ਤੁਸੀਂ ਬਹੁਤ ਇਸ ਦੇ ਉੱਤੇ ਆਵਾਜ਼ ਚੁੱਕਦੇ ਰਹੇ ਹੋ। ਜਦੋਂ ਤੁਸੀਂ ਪਿਛਲੀ ਵਾਰ ਵਿਰੋਧੀ ਧਿਰ ਦੇ ਵਿੱਚ ਸੀ ਤਾਂ ਇੱਥੇ ਹੀ ਇਸੇ ਵਿਧਾਨ ਸਭਾ ਦੇ ਵਿੱਚ ਮੁੱਦਾ ਰਹਿੰਦਾ ਸੀ ਕਿ ਬਜਟ ਹੋਵੇ, ਸੈਸ਼ਨ ਹੋਵੇ, ਅੰਗਰੇਜ਼ੀ ਦੇ ਵਿੱਚ ਕਾਪੀਆਂ ਨਾ ਹੋਣ, ਪੰਜਾਬੀ ਦੇ ਵਿੱਚ ਹੋਣੀ ਚਾਹੀਦੀ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਪੀਚ ਨੂੰ ਲੈ ਕੇ ਵੀ ਸਵਾਲ ਹੁੰਦੇ ਸੀ ਕਿ ਪੰਜਾਬੀ ਦੇ ਵਿੱਚ ਬੋਲੋ, ਔਰ ਹੁਣ ਇੱਕ ਫੈਸਲਾ ਹੋਇਆ ਕਿ 50% ਜਿਹੜੇ ਨੰਬਰ ਨੇ ਉਹ ਇਮਤਿਹਾਨਾਂ ਦੇ ਵਿੱਚ ਜ਼ਰੂਰੀ ਹੋਣੇ ਚਾਹੀਦੇ ਨੇ। ਕਿਵੇਂ ਵੇਖਦੇ ਹੋ? ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਤੁਸੀਂ ਬੜੀ ਮੁਸਕਰਾਹਟ ਦੇ ਰਹੇ ਹੋ। ਦੇਖੋ ਜੀ, ਮੈਂ ਖਾਸ ਕਰਕੇ ਬਤੌਰ ਮੈਂਬਰ 15ਵੀਂ ਵਿਧਾਨ ਸਭਾ ਦਾ ਇਸ ਗੱਲ ਤੇ ਜ਼ੋਰ ਦਿੰਦਾ ਰਿਹਾ ਕਿ ਮੇਰੀ ਮਾਂ ਬੋਲੀ ਦਾ ਸਤਿਕਾਰ ਕਮ ਸੇ ਕਮ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤਾਂ ਹੋਵੇ। ਸੋ ਪਰਮਾਤਮਾ ਨੇ ਮਿਹਰ ਕੀਤੀ ਹੈ, ਹੁਣ ਲੀਡਰ ਆਫ ਦਾ ਹਾਊਸ, ਜਿਹੜੇ ਸਾਡੇ ਸਦਨ ਦੇ ਨੇਤਾ ਨੇ ਸਰ ਭਗਵੰਤ ਸਿੰਘ ਮਾਨ, ਉਹ ਪੰਜਾਬੀ ਚ ਆਪਦੀ ਜਿਹੜੀ ਸਪੀਚ ਦਿੰਦੇ ਆ, ਚੰਗਾ ਲੱਗਦਾ। ਇਸ ਤੋਂ ਵੀ ਇੱਕ ਕਦਮ ਅੱਗੇ ਜਾ ਕੇ ਉਹਨਾਂ ਨੇ ਜਿਹੜਾ ਐਲਾਨ ਕੀਤਾ, ਭਾਵੇਂ ਬਤੌਰ ਸਪੀਕਰ ਮੇਰੇ ਅਧਿਕਾਰ ਖੇਤਰ 'ਚ ਨਹੀਂ ਹੈ ਇਸ ਤਰ੍ਹਾਂ ਦੇ ਕਮੈਂਟ ਕਰਨਾ, ਲੇਕਿਨ ਮੈਨੂੰ ਖੁਸ਼ੀ ਹੋਈ ਹੈ ਇੱਕ ਪੰਜਾਬੀ ਪੁੱਤ ਹੋਣ ਦੇ ਨਾਤੇ ਮੇਰੀ ਮਾਂ ਬੋਲੀ ਦਾ ਸਤਿਕਾਰ ਹੋ ਰਿਹਾ, ਉਹਨੂੰ ਰੁਜ਼ਗਾਰ ਦੇ ਨਾਲ ਜੋੜਿਆ ਜਾ ਰਿਹਾ। ਪਿਛਲੇ ਕੁਝ ਦਹਾਕਿਆਂ ਤੋਂ ਰੁਜ਼ਗਾਰ ਨਾਲ ਤੋੜ ਦਿੱਤਾ ਸੀ ਸਾਡੀ ਮਾਂ ਬੋਲੀ ਪੰਜਾਬੀ ਨੂੰ, ਤੇ ਇਹਦੇ ਨਾਲ ਧੱਕਾ ਹੋ ਰਿਹਾ ਸੀ। ਸੋ ਉਹਨਾਂ ਨੇ ਜਿਹੜਾ ਯੋਗਤਾ ਟੈਸਟ ਹੈ ਪੰਜਾਬੀ ਦਾ, ਉਹਦੇ ਚ 50% ਉਹਦੇ ਜਿਹੜੇ ਮਾਰਕਸ ਆਉਣੇ ਜ਼ਰੂਰੀ ਕਰਕੇ ਪੰਜਾਬੀ ਮਾਂ ਬੋਲੀ ਨੂੰ ਬਹੁਤ ਵੱਡਾ ਸਤਿਕਾਰ ਦੇਣ ਦੀ ਗੱਲ ਕੀਤੀ ਹੈ। ਸੋ ਮੈਂ ਧੰਨਵਾਦੀ ਹਾਂ ਉਹਨਾਂ ਦਾ, ਬੜੀ ਖੁਸ਼ੀ ਹੋਈ ਹੈ ਮੈਨੂੰ। ਕਿਹਾ ਵੀ ਜਾਂਦਾ ਹੈ ਜੇ ਕਿਸੇ ਨੂੰ ਵਿਰਸੇ ਤੋਂ ਤੋੜਨਾ ਹੋਵੇ, ਉਹਨੂੰ ਉਸਦੇ ਸੱਭਿਆਚਾਰ ਤੋਂ ਤੋੜਨਾ ਹੋਵੇ ਤਾਂ ਉਸਦੀ ਮਾਂ ਬੋਲੀ ਤੋਂ ਉਸਨੂੰ ਵੱਖ ਕਰ ਦਿੱਤਾ ਜਾਵੇ, ਔਰ ਜੇ ਕਿਸੇ ਨੂੰ ਬਦਦੁਆ ਦੇਣੀ ਹੋਵੇ ਤਾਂ ਇਹ ਕਹਿ ਦਿੱਤਾ ਜਾਵੇ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। ਬਤੌਰ ਵਿਧਾਨ ਸਭਾ ਸਪੀਕਰ ਅਸੀਂ ਦੇਖਿਆ ਬੋਰਡ ਦੇ ਉੱਤੇ ਵੀ ਤੁਸੀਂ ਪੰਜਾਬੀ ਦੇ ਵਿੱਚੋਂ ਚੀਜ਼ਾਂ ਲਿਖਵਾਉਣੀਆਂ ਸ਼ੁਰੂ ਕਰ ਦਿੱਤੀਆਂ। ਵਿਧਾਨ ਸਭਾ ਦੇ ਵਿੱਚ ਕਿਵੇਂ ਇੰਪਲੀਮੈਂਟ ਇਸ ਨੂੰ ਹੋਰ ਵੱਡੇ ਤਰੀਕੇ ਨਾਲ ਤੁਹਾਡੇ ਵੱਲੋਂ ਕੀਤਾ ਜਾਊ? ਉਹ ਤਾਂ ਜਿਸ ਦਿਨ ਆ ਕੇ ਗੁਰੂ ਨੇ ਕਿਰਪਾ ਕੀਤੀ ਸੀ, ਪਾਰਟੀ ਨੇ ਇਹ ਜ਼ਿੰਮੇਵਾਰੀ ਬਖਸ਼ੀ ਸੀ, ਮਾਣਯੋਗ ਅਰਵਿੰਦ ਕੇਜਰੀਵਾਲ ਜੀ ਨੇ, ਸਭ ਭਗਵੰਤ ਸਿੰਘ ਮਾਨ ਹੋਰਾਂ ਨੇ, ਤੇ ਸਾਡੇ ਸਾਰੇ ਦੂਜੀਆਂ ਪਾਰਟੀਆਂ, ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੇ ਜਿਹੜੀ ਸੇਵਾ ਬਖਸ਼ੀ ਸੀ, ਜਿਸ ਦਿਨ ਪਹਿਲੇ ਦਿਨ ਇੱਥੇ ਕੁਰਸੀ ਤੇ ਆ ਕੇ ਬੈਠੇ ਸੀ
ਉਸੇ ਦਿਨ ਮੈਂ ਦੇਖ ਲਿਆ ਸੀ ਵੀ ਇਹ ਤਾਂ ਮਾਂ ਬੋਲੀ ਦਾ ਅਪਮਾਨ ਹੈ, ਤੇ ਉਸੇ ਦਿਨ ਹੀ ਹੁਕਮ ਦੇ ਦਿੱਤੇ ਸੀ, ਪੰਜਾਬੀ ਲਗਾਤਾ। ਅੱਗੇ ਵੀ ਇਸੇ ਤਰੀਕੇ ਦੇ ਨਾਲ ਮਾਂ ਬੋਲੀ ਦਾ, ਮੇਰੀ ਮਾਂ ਦਾ ਰਾਜ ਹੋਏਗਾ, ਇੱਥੇ ਸਾਡੀ ਪੰਜਾਬੀ ਦਾ ਰਾਜ ਹੋਏਗਾ। ਅਖੀਰ ਦੇ ਵਿੱਚ ਇੱਕ ਵਿਧਾਇਕਾਂ ਦੇ ਫਲੈਟਸ ਨੂੰ ਲੈ ਕੇ, ਕੋਠੀਆਂ ਨੂੰ ਲੈ ਕੇ ਮਾਮਲਾ ਜਿਹੜਾ ਸੀਗਾ, ਉਹ ਅਜੇ ਵੀ ਕਈ ਵਿਧਾਇਕ ਕਹਿ ਰਹੇ ਨੇ ਕਿ ਕੋਠੀਆਂ ਨਹੀਂ ਮਿਲੀਆਂ, ਪੁਰਾਣੇ ਵਿਧਾਇਕ ਮੰਤਰੀ ਬੈਠੇ ਹੋਏ ਨੇ ਤਾਂ ਹੁਣ ਸਾਰੇ ਖਾਲੀ ਕਰ ਚੁੱਕੇ ਨੇ, ਅਜੇ ਵੀ ਕਈਆਂ ਦੇ ਕੋਲ ਹੈਗੀ ਹੈ। ਕਾਫੀ ਜਿਹੜੇ ਸਾਡੇ ਸਾਬਕਾ ਵਿਧਾਇਕ ਨੇ ਉਹ ਬੈਠੇ ਆ, ਪਰ ਮੈਨੂੰ ਆਸ ਹੈ ਵੀ ਉਹ ਛੇਤੀ ਛੱਡ ਦੇਣਗੇ। ਉਹ ਤਾਂ ਬੜੇ ਵੱਡੇ ਤਜਰਬੇਕਾਰ ਬੰਦੇ ਨੇ, ਲੋਕਾਂ ਨੂੰ ਬੜੀ ਇੱਜ਼ਤ ਹੈ, ਉਹ ਹੀ ਥੋੜੀ ਕਬਜ਼ਾ ਕਰਕੇ ਬੈਠਣਗੇ, ਇੱਥੇ ਛੱਡ ਦੇਣਗੇ, ਮੈਨੂੰ ਲੱਗਦਾ ਜਲਦੀ ਛੱਡ ਦੇਣਗੇ। ਧੰਨਵਾਦ ਸੰਮਾ ਸਾਹਿਬ, ਗੱਲਬਾਤ ਦਿੱਤਾ। ਕੁਲਤਾਰ ਸਿੰਘ ਸੰਧਵਾ ਖਾਸ ਤੌਰ ਤੇ ਕਹਿ ਰਹੇ ਨੇ ਕਿ ਬਜਟ ਜਿਹੜਾ ਇਸ ਵਾਰ ਸੈਸ਼ਨ ਹੋਣ ਜਾ ਰਿਹਾ ਉਹ ਪੇਪਰਲੈਸ ਹੋਊਗਾ, ਔਰ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਫੈਸਲਾ ਭਗਵੰਤ ਸਰਕਾਰ ਉਹਨਾਂ ਦੇ ਵੱਲੋਂ ਲਿੱਤਾ ਗਿਆ, ਇਸ ਦਾ ਸਨੇਹਾ ਲੰਬੇ ਤੌਰ ਦੇ ਉੱਤੇ ਅੱਗੇ ਤੱਕ ਜਾਊਗਾ। ਜੋ ਵੀ ਕਰਪਸ਼ਨ ਕਰਨ ਦੀ ਸੋਚੇਗਾ ਉਹ ਪਹਿਲਾਂ ਇੱਕ ਵਾਰ ਇਹ ਫੈਸਲਾ ਜ਼ਰੂਰ ਯਾਦ ਕਰੇਗਾ। ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।